जी मैं की लेना जी के प्रेम प्याला पी के हो आमत वाला जी तेरा मैं की लेना जी के प्रेम प्याला पी के हो आमत वाला जी तेरा जी के प्रेम प्याला पी के हुआ मत वाला तेरा मैं की लेना जी के प्रेम प्याला पी के हुआ मत वाला तेरा नैना जी के प्रेम प्याला पी के हुआ मत वाला तेरा मैं की लेना जी के प्रेम प्याला पी के हुआ मत वाला तेरा मिल जे तेग तेरी दा कासा होवे सुरगां दे विच वासा कटो 84 दा गेड़ा नैना जी के प्याला पी के हुआ मत वाला तेरा मैं की लेना जी के प्याला पी के हुआ मत वाला तेरा मैं की लेना जी के प्रेम प्याला पी के हुआ मत वाला तेरा मैं की लेना जी के प्रेम प्याला पी के हुआ मत वाला तेरा तैनू तां कहंदे कलगियां वाला तेरे नाम दी फेरा वाला हाँ एक बार तेरा की लेना जी के प्रेम प्याला पी के हुआ मत वाला तेरा जी मैं की लेना जी के प्रेम प्याला जी के हुआ मत वाला तेरा लेना जी के प्रेम प्याला पी के हुआ मत वाला तेरा मैं की लेना जी के प्रेम प्याला पी के हुआ मत वाला तेरा परम सत्कारयोग गुरुओं की सज्जी और नवाजी हुई सत्संग जी ਅੰਮ੍ਰਿਤ ਵੇਲੇ ਸਤਿਗੁਰੂ ਚੁੱਗੋ ਚੁੱਗ ਟਲ ਦੋ ਜਹਾਨ ਵਾਲੀ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਪਹੁੰਚ ਕਰਕੇ ਗੁਰੂ ਜੀ ਦੇ ਪਾਵਨ ਪਵਿੱਤਰ ਸਕੂਲ ਅੰਦਰ ਆਪਣੀਆਂ ਰੋਜ਼ਾਨਾ ਦੀਆਂ ਹਾਜ਼ਰੀਆਂ ਲਵਾਉਣ ਵਾਸਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਵਡਭਾਗੀ ਰੂਹਾਂ ਦੇ ਉੱਤੇ ਅੰਮ੍ਰਿਤ ਵੇਲੇ ਉੱਠ ਕੇ ਸ਼ਿਰਸ਼ਾਰ ਹੋਣ ਵਾਸਤੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅੰਮ੍ਰਿਤਮਈ ਵਚਨਾਂ ਵਿੱਚ ਅੰਮ੍ਰਿਤਮਈ ਧੂੜੀ ਦੇ ਵਿੱਚ ਜਗ ਸੰਸਾਰ ਦੇ ਨਾਲ ਬਈ ਪ੍ਰੀਤ ਲੱਗੀ ਹੈ। ਮਹਾਰਾਜ ਜੀ ਕਹਿੰਦੇ ਜਗ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਨਾਲ ਪ੍ਰੀਤ ਪਾ ਕੇ ਫਿਰ ਵੀ ਨਾਲ ਨਾਲ ਗੁਰਬਾਣੀ ਦੇ ਨਾਲ ਜੋ ਅਸਲੀ ਸਾਡਾ ਅਸਲੀ ਫਨੋਰਥ ਹੈ, ਸਭ ਤੋਂ ਵੱਡਾ ਮੇਨ ਫਰਜ਼ ਹੈ, ਉਹ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਤੇ ਸੁਣਨੀ। ਆਵਣ ਕੋ ਏਕੈ ਕੋ ਆਇਆ ਜਨਮ ਤੇ ਮੋਹਿ ਮੋਹਣੀ ਮਾਇਆ। ਮੈਂ ਅੱਜ ਕਰਦਾ ਜਗ ਸੰਸਾਰ ਦੇ ਵਿੱਚ ਵੀ ਰਹਿਣਾ ਤੇ ਨਿਰਲੇਪ ਵੀ ਰਹਿਣਾ।
ਭਾਵੇਂ ਬਾਬਾ ਫਰੀਦ ਜੀ ਨੇ 36 ਸਾਲ ਬੰਦਗੀ ਕਰ ਲਈ, ਘਰ-ਬਾਰ ਛੱਡ ਦਿੱਤਾ ਆਪਣਾ, ਮਾਤਾ ਪਿਤਾ ਵੀ ਛੱਡ ਦਿੱਤੇ, ਨਗਰ ਕੋਠੀ ਵਾਲ ਘਰ ਵੀ ਛੱਡ ਦਿੱਤਾ ਬਾਬੇ ਫਰੀਦ ਨੇ, ਪਰ ਜੰਗਲ ਦੇ ਵਿੱਚ ਰਹੇ ਤੇ ਫਿਰ ਆਪ ਹੀ ਫੈਸਲਾ ਕਰ ਦਿੱਤਾ 36 ਸਾਲਾਂ ਬਾਅਦ, 36 ਸਾਲਾਂ ਬਾਅਦ ਆਪ ਫੈਸਲਾ ਕਰ ਦਿੱਤਾ, ਜੰਗਲ ਜੰਗਲ ਕਿਆ ਭਵੈ ਬਣ ਕੰਢੈ ਮੋੜੈ, ਬਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਕਹਿੰਦੇ ਜੰਗਲਾਂ ਵਿੱਚ ਪਰਮਾਤਮਾ ਨਹੀਂ ਮਿਲਦਾ ਹੈ। ਪਰਮਾਤਮਾ ਕਿੱਥੋਂ ਮਿਲਿਆ? ਅੰਦਰ ਦੀ ਖੋਜ। ਬੰਦੇ ਖੋਜ ਹਰ ਦਿਲ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਵੇਂ ਮਿਰਗ, ਉਹਦੀ ਨਾਭੀ ਦੇ ਵਿੱਚ ਜਿਹੜਾ ਨਾ ਉਹ ਕਸਤੂਰੀ ਹੁੰਦੀ ਹੈ, ਮਿਰਗ ਦੀ ਨਾਭੀ ਦੇ ਵਿੱਚ। ਮਿਰਗ ਜੰਗਲਾਂ ਵਿੱਚ ਬਿਆਬਾਨ ਰੋਈਆਂ ਦੇ ਵਿੱਚ ਰਹਿੰਦੇ ਨੇ। ਉਹ ਜਦੋਂ ਮਿਰਗ ਖੜਾ ਨਾ, ਜਦੋਂ ਉਹਦੇ ਸਰੀਰ ਨੂੰ ਹਵਾ ਲੱਗ ਕੇ ਉਹਦੀ ਨਾਸ਼ਕਾ ਦੇ ਨਾਲ ਲੱਗਦੀ ਹੈ ਹਵਾ, ਉਹਨੂੰ ਕਸਤੂਰੀ ਦੀ ਜਿਹੜੀ ਆ ਉਹ ਵਾਸ਼ਨਾ ਆਉਂਦੀ ਹੈ। ਜਿੱਧਰੋਂ ਹਵਾ ਆਉਂਦੀ ਹੈ ਉਧਰ ਨੂੰ ਭੱਜ ਲੈਂਦਾ ਫਿਰ, ਕਿਉਂਕਿ ਉਹਦੀ ਕਸਤੂਰੀ ਨਾਲ ਜਿਹੜੀ ਨਾਸ਼ਕਾ ਨਾਲ ਨਾਭੀ ਨਾਲ ਲੱਗ ਕੇ ਹਵਾ ਉਹਨੂੰ ਮਿਲਦੀ ਹੈ, ਉਹਨੂੰ ਵਾਸ਼ਨਾ ਹੋਰ ਚੜੀ ਜਾਂਦੀ ਹੈ, ਹੋਰ ਚੜੀ ਜਾਂਦੀ ਹੈ। ਉਹ ਭੱਜਦਾ ਭੱਜਦਾ ਭੱਜਦਾ, ਟਿੱਬੇ ਹੁੰਦੇ ਬਹੁਤੇ, ਜਦੋਂ ਐਨ ਦਮੋਂ ਨਿਕਲ ਜਾਂਦਾ ਫਿਰ ਉਹ ਡਿੱਗ ਪੈਂਦਾ। ਹਿਰਨ ਜਿਹੜਾ ਸੀ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਡਿੱਗ ਪਿਆ, ਸਾਹ ਬਹੁਤਾ ਚੜ ਗਿਆ, ਉਸੇ ਦਾ ਸਿਰ ਜਿਹੜਾ ਨਾ ਉਹ ਨਾਭੀ ਨਾਲ ਲਾ ਕੇ ਆ ਕੇ ਲੱਗ ਗਿਆ। ਗਰਦਨ ਲੰਬੀ ਸੀ, ਨਾਭੀ ਨਾਲ ਆ ਕੇ ਸਿਰ ਜਿਹੜਾ ਨੱਕ ਲੱਗ ਗਿਆ, ਮੂੰਹ ਲੱਗ ਗਿਆ। ਉੱਥੋਂ ਪਏ ਨੂੰ ਵਾਸ਼ਨਾ ਆਈ ਜਾਂਦੀ ਹੈ। ਫਿਰ ਕਹਿੰਦਾ ਉਹ ਮਨਾ ਐਵੇਂ ਭੱਜਿਆ ਫਿਰਦਾ ਰਿਹਾ, ਕਸਤੂਰੀ ਤਾਂ ਤੇਰੇ ਕੋਲ ਹੀ ਸੀ, ਤੂੰ ਬਾਰ-ਬਾਰ ਭੱਜਿਆ ਫਿਰਦਾ ਰਿਹਾ, ਕਿਵੇਂ ਦਮੋਂ ਨਿਕਲਿਆ? ਮਹਾਰਾਜ ਜੀ ਕਹਿੰਦੇ ਫਿਰ ਉੱਥੇ ਬੈਠ ਕੇ ਉਹਨਾਂ ਦਾ ਮਾਣਦਾ ਹੈ। ਰਹਿਣਾ ਜਗ ਸੰਸਾਰ ਦੇ ਵਿੱਚ ਹੀ ਹੈ, ਪਰ ਮਹਾਰਾਜ ਜੀ ਕਹਿੰਦੇ ਹਸੰਦਿਆਂ ਖਲੰਦਿਆਂ ਖਵੰਦਿਆਂ ਪਾਬੰਦਿਆਂ ਵਿੱਚੇ ਹੋਵੇ ਮੁਕਤ। ਧੀਆਂ ਪੁੱਤਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਰਾਜਾ ਜਨਕ ਧੀਆਂ ਪੁੱਤਰਾਂ ਵਿੱਚ ਰਹਿੰਦਾ ਰਿਹਾ, ਪਰ ਮੁਕਤ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਿੰਨੇ ਗੁਰੂਆਂ ਦਾ ਜੀਵਨ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮੁਕਤ ਹੋਣਾ ਹੈ। ਇਹ ਵੀ ਆਪਣਾ ਫਰਜ਼ ਡਿਊਟੀ ਜਿਹੜੀ ਆ ਪੂਰੀ ਨਿਭਾਉਣੀ ਹੈ, ਪਰ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਦਾ ਨਾਮ ਜਪਣਾ ਹੈ। ਜੇ ਕਿਤੇ ਬਹਿੰਗਮ ਬੰਦਾ ਜਪੇ, ਭਾਵ ਜਿਹਨੂੰ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਕਹਿ ਦਿੰਦੇ ਵੀ ਇਹ ਬੰਦਾ ਛੜਾ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਪਾਠ ਕਰੇ 10 ਜਪਜੀ ਸਾਹਿਬ ਦੇ, ਇੱਕ ਦਿਨ ਦੇ 10 ਪਾਠ ਕਰੇ, ਤੇ ਗ੍ਰਸਤੀ ਬੰਦਾ ਇੱਕੋ ਹੀ ਪਾਠ ਕਰ ਦੇਵੇ। ਜਿਵੇਂ ਅੱਗ ਬੁਝਾਉਣ ਵਾਲੀ ਗੱਡੀ ਹੁੰਦੀ ਹੈ ਨਾ, ਉਹ ਦੱਸਦੇ ਨੇ, ਕਹਿੰਦੇ ਵੀ ਉਹਨੂੰ 9 ਗੁਨਾਹ ਮਾਫ ਨੇ। ਜਿਹੜੀ ਅੱਗ ਬੁਝਾਉਣ ਵਾਲੀ ਗੱਡੀ ਹੁੰਦੀ ਹੈ ਉਹਨੂੰ 9 ਗੁਨਾਹ ਮਾਫ ਨੇ। ਜਦੋਂ ਉਹਨੇ ਤੇਜ਼ੀ ਨਾਲ ਜਾਣਾ ਨਾ ਕਿਤੇ ਨਾ, ਜਦੋਂ ਵਿਪਤਾ ਦੇ ਵਿੱਚ ਹੀ ਭੱਜਦੀ ਹੈ ਉਹ ਗੱਡੀ, ਊਂ ਤਾਂ ਨਹੀਂ ਭੱਜਦੀ ਹੈ। ਕਿਤੇ ਅੱਗ ਲੱਗੀ ਹੋਵੇ, ਮਕਾਨ ਦੁਕਾਨ ਕਾਰਖਾਨੇ ਨੂੰ ਕਿਤੇ, ਫਿਰ ਉਹ ਗੱਡੀ ਭੱਜਦੀ ਹੈ ਪੂਰੀ ਤੇਜ਼ੀ ਦੇ ਨਾਲ ਪਾਣੀ ਲੈ ਕੇ, ਉਹਨੂੰ 9 ਗੁਨਾਹ ਮਾਫ ਨੇ। ਫਿਰ ਉਹਨੇ ਇੱਕੇ ਲਗਤ ਉੱਥੇ ਜਾ ਕੇ ਡਿੱਗਣਾ ਜਿੱਥੇ ਕੋਈ ਵਾਰਦਾਤ ਹੋਈ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਗ੍ਰਸਤੀ ਮਨੁੱਖ ਹੈ, ਇਹਨੂੰ 9 ਗੁਨਾਹ ਮਾਫ ਨੇ। ਰੋਜ਼ ਦੇ, ਇੱਕ ਦਿਨ ਦੇ 9 ਗੁਨਾਹ ਮਾਫ ਨੇ, ਤੇ 10ਵਾਂ ਫਿਰ ਜਿਹੜਾ ਕਰੂਗਾ, ਮਹਾਰਾਜ ਜੀ ਕਹਿੰਦੇ ਉਦੋਂ ਬਾਅਦ ਤਾਂ ਫਿਰ ਜਾਣ ਕੇ ਕਰੂਗਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। 9 ਗੁਨਾਹ ਮਾਫ ਕਰ ਦਿੱਤੇ, 10ਵਾਂ ਫਿਰ ਅੱਗੇ ਜਾ ਕੇ ਲੱਗੂਗਾ। ਇੱਕ ਇੰਨਾ ਸੁਖੈਨ ਢੰਗ ਕਰਤਾ, ਕਿਉਂ? ਕਿਉਂਕਿ ਤੇਰਾ ਵੱਡਾ ਖੂਹ ਹੈ, 2 ਵਿੱਢਾਂ ਵਾਲਾ ਖੂਹ ਹੈ। ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ, ਸ਼ਾਮ ਦਾ ਵਕਤ ਹੁੰਦਾ ਹੈ, ਸੇਵਾ ਚੱਲਦੀ ਹੈ, ਬਹਿੰਗਮ ਸੇਵਾ ਕਰਕੇ ਜਦੋਂ ਆਉਂਦੇ ਨੇ, ਆ ਕੇ ਮੱਥਾ ਟੇਕਦੇ ਨੇ,
ਬਾਬਾ ਜੀ ਉਹਨਾਂ ਨੂੰ ਖੜੇ ਹੋ ਕੇ ਮਿਲਦੇ ਨੇ, ਬਹੁਤ ਸਤਿਕਾਰ ਕਰਦੇ ਨੇ। ਭਾਈ ਤੁਹਾਡਾ 2 ਵੱਡਾ ਖੂਹ ਹੈ, 2 ਵੱਡਾਂ ਵਾਲਾ। ਇੱਕ ਦਿਨ ਸਾਰੇ ਸਿੱਖਾਂ ਨੇ ਪੁੱਛਿਆ, ਬਾਬਾ ਜੀ ਇਹਦਾ ਭਾਵ ਕੀ ਹੈ 2 ਵੱਡਾਂ ਵਾਲਾ? ਕਹਿੰਦੇ ਨਾਲੇ ਤਾਂ ਤੁਸੀਂ ਗੁਰੂ ਦੇ ਘਰ ਦੇ ਵਿੱਚ ਸੇਵਾ ਵੀ ਕਰਦੇ ਹੋ ਤੇ ਨਾਲ ਨਾਲ ਤੁਸੀਂ ਆਪਣੇ ਬੱਚੇ ਵੀ ਪਾਲਦੇ ਹੋ, ਇਸ ਕਰਕੇ ਤੁਹਾਡਾ 2 ਵੱਡਾ ਖੂਹ ਹੈ। ਭਾਵ ਘਰ ਦੀ ਵੀ ਜ਼ਿੰਮੇਵਾਰੀ ਚੱਕਦੇ ਹੋ ਤੇ ਇੱਧਰਲੀ ਵੀ ਜ਼ਿੰਮੇਵਾਰੀ ਚੱਕਦੇ ਹੋ। ਹੁਣ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਵਾਹਿਗੁਰੂ ਜੀ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਵੀ 2 ਵੱਡਾ ਵਾਲਾ ਖੂਹ ਹੈ। ਨਾਲੇ ਘਰ ਦਾ ਕੰਮਕਾਰ ਕਰਨਾ, ਨਾਲੇ ਆਏ ਸੱਜਣਾ ਦੇ ਸੰਗਤਾਂ ਦੇ ਜੋੜੇ ਵੀ ਕੱਢਣੇ। ਇਸ ਕਰਕੇ ਤਾਂ ਇੱਕ ਕਿਰਤ ਹੈ ਕੰਮ ਕਰਨਾ। ਜਿਵੇਂ ਵਿਦਵਾਨ ਲਿਖਦੇ ਨੇ, ਕੰਮ ਹੀ ਪੂਜਾ। ਜੇ ਮਨੁੱਖ ਆਪਣੀ ਕਿਰਤ ਨਾ ਕਰੇ ਤਾਂ ਫਿਰ ਇਹਨੂੰ ਕੌਣ ਦੇਊਗਾ ਖਾਣ ਵਾਸਤੇ? ਵਿਹਲੇ ਨੂੰ ਤਾਂ ਕੋਈ ਦਿੰਦਾ ਨਹੀਂ ਖਾਣ ਨੂੰ। ਮਰਜੀ ਕਹਿੰਦੇ ਕਿਰਤ ਕਰਨੀ ਇਹ ਵੀ ਇੱਕ ਅਤੀ ਜ਼ਰੂਰੀ ਹੈ। ਸਾਡੀ ਵੀ ਆ ਕਿਰਤ ਹੈ, ਤੁਹਾਡੀ ਵੀ ਕਿਰਤ ਹੈ। ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਣਾ ਇਹ ਇੱਕ ਕਿਰਤ ਹੈ ਤੇ ਹੈ ਵੀ ਤਾਂ ਵੱਡਾ ਖੂਹ ਹੈ। ਚਲੋ ਬੱਚੇ ਵੀ ਪਾਲਦੇ ਆ, ਪ੍ਰਮਾਤਮਾ ਦੀ ਬਾਣੀ ਵੀ ਪੜ੍ਹਦੇ ਵੀ ਆ, ਸੁਣਦੇ ਵੀ ਆ, ਜਿੰਨਾ ਪ੍ਰਮਾਤਮਾ ਬਲ ਬਖਸ਼ਿਸ਼ ਕਰਦਾ ਹੈ। ਭਗਤ ਰਵਿਦਾਸ ਜੀ ਜਿਹੜਾ ਜੇ ਕੋਈ ਦੇ ਦਿੰਦਾ ਨਾ ਤਾਂ ਉਹ ਲਿਆ ਕੇ ਆਪਣੇ ਬੱਚਿਆਂ ਨੂੰ ਵੀ ਦੇ ਦਿੰਦੇ ਨੇ ਤੇ ਸਾਰਾ ਦਿਨ ਬੈਠੇ ਸੰਗਤ ਦੇ ਲੋਕਾਂ ਦੇ ਜੋੜੇ ਗੰਢਦੇ ਨੇ। ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਕੱਲ ਸੁਣਿਆ, ਪਰਮਾਤਮਾ ਆ ਗਏ, ਲੈ ਮੇਰੇ ਜੋੜੇ ਗੰਢਦੇ, ਕਹਿੰਦੇ ਲਿਆਓ ਜੀ ਗੰਢ ਦਿੰਦੇ ਆ, ਪਰ ਪੈਸਾ ਨਹੀਂ ਹੈ ਮੇਰੇ ਕੋਲੇ। ਭਗਤ ਜੀ ਕਹਿਣ ਲੱਗੇ, ਚਲੋ ਮੈਂ ਕਿਹੜਾ ਪੈਸਾ ਮੰਗਦਾ, ਮੈਂ ਤਾਂ ਇੱਕੋ ਹੀ ਗੱਲ ਮੰਗਦਾ, ਉਹ ਕਿ ਮੈਨੂੰ ਖੁਸ਼ੀ ਦੇ ਦਿਓ। ਤੁਸੀਂ ਪਰਮਾਤਮਾ ਦੇ ਭਗਤ ਹੋ, ਰੱਬ ਦੇ ਨਜ਼ਦੀਕ ਰਹਿੰਦੇ ਹੋ, ਉਹਨਾਂ ਦੇ ਘਰੋਂ ਮੈਨੂੰ ਵੀ ਇੱਕ ਖੁਸ਼ੀਆਂ ਦੀਆਂ ਦਾਤਾਂ ਲੈ ਦਿਓ, ਕਿਉਂਕਿ ਪਰਮਾਤਮਾ ਦੇ ਘਰ ਦੇ ਵਿੱਚ ਤਾਂ ਇੰਨੀਆਂ ਕੁ ਖੁਸ਼ੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰਮਾਤਮਾ ਨੇ ਕਿਹਾ ਵੀ ਠੀਕ ਹੈ। ਜੋੜੇ ਗੰਢਾ ਕੇ ਤੁਰ ਗਿਆ ਪਰਮਾਤਮਾ, ਰੱਬ ਦੇ ਦਰਸ਼ਨ ਹੋ ਗਏ, ਕਿਉਂਕਿ ਉਹ ਤਾਂ ਗਿਆ ਨਹੀਂ ਰੱਬ ਕਿਤੇ। ਪਰਮਾਤਮਾ ਨੂੰ ਮਿਲਣ ਤਾਂ ਜਾਈਏ ਜੇ ਕਿਤੇ ਉਹ ਗਿਆ ਹੋਵੇ। ਮਨੁੱਖ ਗਿਆ ਹੈ, ਰੱਬ ਨਹੀਂ ਕਿਤੇ ਗਿਆ। ਰੱਬ ਨੂੰ ਤਾਂ ਜਿੱਥੇ ਮਰਜ਼ੀ ਯਾਦ ਕਰ ਲਓ ਉੱਥੇ ਹੀ ਹੈ। ਸਭੈ ਘਟ ਰਾਮ, ਇੱਕ ਪਰਮਾਤਮਾ ਹੈ ਤੇ ਯਾਦ ਕਰਨ ਵਾਲੇ ਦੇਖੋ ਕਿੰਨੇ ਹੈ। ਜਿੱਥੇ ਵੀ ਕੋਈ ਯਾਦ ਕਰਦਾ, ਕਿਸੇ ਵੀ ਰੂਪ ਦੇ ਵਿੱਚ ਕੋਈ ਯਾਦ ਕਰਦਾ ਹੈ। ਪਟਨਾ ਸਾਹਿਬ ਦਾ ਤੁਸੀਂ ਸੁਣਿਆ, ਉਸ ਪੰਡਤ ਨੇ ਯਾਦ ਕਰਿਆ, ਰਾਮ ਦੇ ਰੂਪ ਵਿੱਚ ਜਾ ਕੇ ਮਿਲ ਗਏ। ਭਗਵਾਨ ਮਾਤਾ ਉਹ ਰਾਣੀ ਮੈਣੀ ਦੇ ਮਹਿਲਾਂ ਵਿੱਚ ਚਲੇ ਗਏ, ਉੱਥੇ ਬਾਲ ਗੋਬਿੰਦ ਦੇ ਰੂਪ ਦੇ ਵਿੱਚ ਮਿਲ ਗਏ। ਹਾਂ, ਜਿਵੇਂ ਜਿਵੇਂ ਕੋਈ ਪਰਮਾਤਮਾ ਨੂੰ ਯਾਦ ਕਰਦਾ ਉਸ ਤਰ੍ਹਾਂ ਉਹ ਅਵਸ਼ ਮਿਲਦਾ ਹੈ, ਪਰ ਲੋੜ ਸ਼ਰਧਾ ਤੇ ਭਾਵਨਾ ਦੀ ਹੈ। ਸ਼ਰਧਾ ਤੇ ਭਾਵਨਾ ਦੇ ਨਾਲ ਪਰਮਾਤਮਾ ਨੂੰ ਯਾਦ ਕਰੋ ਤੇ ਉਹ ਰੱਬ ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਬਾਬਾ ਫਰੀਦ ਜੀ ਕਹਿੰਦੇ 36 ਸਾਲ ਮੈਂ ਫਿਰਦਾ ਰਿਹਾ ਬੰਦਗੀ ਕਰਦਾ ਤੇ ਮਿਲ ਗਿਆ ਇੱਥੋਂ ਹੀ, ਬਸ ਨੇੜੇ ਮਿਲ ਗਿਆ ਪਰਮਾਤਮਾ। ਬੰਦਗੀ ਕਰਦਿਆਂ ਕਰਕੇ 12 ਸਾਲਾਂ ਬਾਅਦ ਵਾਪਸ ਆ ਰਹੇ ਨੇ। ਬਾਬੇ ਫਰੀਦ ਨੂੰ ਪਿਆਸ ਲੱਗੀ ਬਹੁਤੀ, ਦੇਖਿਆ ਕਿਤੇ ਪਾਣੀ ਨਹੀਂ ਹੈ। ਧੰਨ ਬਾਬੇ ਫਰੀਦ ਨੇ ਇੱਕ ਜੰਗਲ ਜਿਹੜਾ ਨਾ ਉਹ ਦਰਖਤ ਥੱਲੇ ਆਸਣ ਲਾ ਲਿਆ ਆਪਣਾ। ਜਦੋਂ ਆਸਣ ਲਾਇਆ ਉੱਥੇ ਚਿੜੀਆਂ ਬਹੁਤਾ ਰੌਲਾ ਪਾਉਂਦੀਆਂ। ਬਾਬਾ ਜੀ ਕਹਿਣ ਲੱਗੇ, ਮੈਂ 12 ਸਾਲ ਦਾ ਚੌਂਕੜਾ ਲਾ ਕੇ ਆਇਆ, ਮੈਂ ਫਕੀਰ ਹਾਂ, ਮੈਂ ਫੱਕਰ ਹਾਂ। 12 ਸਾਲ ਹੀ ਬੈਠਾ ਰਿਹਾ ਭੁੱਖਣ ਭਾਣੇ ਤੇ ਹੁਣ ਆ ਚਿੜੀਆਂ ਰੌਲਾ ਪਾਉਣ ਲੱਗ ਗਈਆਂ। ਮਾੜਾ ਜਿਹਾ ਮੈਂ ਆਰਾਮ ਕਰਨ ਲੱਗਿਆ ਸੀ, ਇਹਨਾਂ ਨੇ ਪੂਰੀ ਚਰਾਹਟ ਲਾ ਦਿੱਤੀ। ਬਾਬਾ ਫਰੀਦ ਜੀ ਕਹਿੰਦੇ, ਚਿੜੀਓ ਤੁਸੀਂ ਜਾਂ ਤਾਂ ਚੁੱਪ ਕਰ ਜਾਓ ਜਾਂ ਇੱਥੋਂ ਉੱਡ ਜਾਓ, ਤੇ ਤੀਸਰਾ ਵਚਨ ਕੀ ਸੀ, ਜਾਂ ਫਿਰ ਤੁਸੀਂ ਮਰ ਜਾਓ। ਧੰਨ ਬਾਬੇ ਫਰੀਦ ਦਾ ਇਹ ਵਚਨ ਕਰਨ ਸਰ, ਕਿਉਂਕਿ ਮਨ ਵਿੱਚ ਥੋੜਾ ਜਿਹਾ ਹੰਕਾਰ ਹੈਗਾ, ਮੈਂ 12 ਸਾਲ ਦਾ ਚੌਂਕੜਾ ਲਾਇਆ। ਬਸ ਇਹਨਾਂ ਕਹਿਣ ਦੀ ਦੇਰ ਸੀ, ਸਾਰੀਆਂ ਚਿੜੀਆਂ ਇਸ ਤਰ੍ਹਾਂ ਜਿਵੇਂ ਸੁੱਕੇ ਪੱਤੇ ਡਿੱਗਦੇ ਹੁੰਦੇ ਨੇ, ਇਸ ਤਰ੍ਹਾਂ ਥੱਲੇ ਡਿੱਗ ਪਈਆਂ। ਧੰਨ ਬਾਬਾ ਫਰੀਦ ਜੀ ਉੱਠ ਕੇ ਬੈਠ ਗਏ, ਆਲੇ ਦੁਆਲੇ ਢੇਰ ਲੱਗਿਆ ਪਿਆ ਚਿੜੀਆਂ ਦਾ। ਬਾਬੇ ਫਰੀਦ ਨੇ ਆਖਿਆ, ਉਹ ਫਰੀਦਾ, ਉਹ ਤੇਰਾ ਕੀ ਵਿਗਾੜਿਆ ਸੀ ਨਾ ਚਿੜੀਆਂ ਨੇ? ਕਬੀਰ ਮਨ ਨਿਰਮਲ ਪੈ, ਤੇਰਾ ਕੀ ਵਿਗਾੜਤਾ? ਤੂੰ ਅੱਗੇ ਦਰਖਤ ਥੱਲੇ ਹੋ ਜਾਂਦਾ। ਆ ਵਿਚਾਰੇ 84 ਦੇ ਜੀਵ ਤਾਂ ਮਾਰ ਦਿੱਤੇ ਸਾਰੇ। ਧੰਨ ਬਾਬੇ ਫਰੀਦ ਨੇ ਪਹਿਲੇ ਬੋਲ ਕੀ ਆਖੇ, ਤੁਸੀਂ ਮਰ ਜੋ ਚਿੜੀਓ ਨੀ, ਐ ਮੈਂ ਕਾਤੋਂ ਰੌਲਾ ਪਾਇਆ।
ਜੋ ਜੀਓ ਨੀ ਐਵੇਂ ਕਾ ਤੋ ਰੌਲਾ ਪਾਇਆ ਮਰ ਜੋ ਚਿੜਿਓ ਨੀ ਐਵੇਂ ਕਾ ਤੋ ਰੌਲਾ ਪਾਇਆ ਤੁਸੀਂ ਮਰ ਜੋ ਚਿੜਿਓ ਨੀ ਐਵੇਂ ਕਾ ਤੋ ਰੌਲਾ ਪਾਇਆ ਤੁਸੀਂ ਮਰ ਜੋ ਚਿੜਿਓ ਨੀ ਐਵੇਂ ਕਾ ਤੋ ਰੌਲਾ ਪਾਇਆ ਤੁਸੀਂ ਮਰ ਜੋ ਚਿੜਿਓ ਨੀ ਐਵੇਂ ਕਾ ਤੋ ਰੌਲਾ ਪਾਇਆ ਐਵੇਂ ਰੌਲਾ ਇੰਨਾ ਪਾਇਆ ਤੁਸੀਂ ਇੱਥੇ ਦਾ ਵਧੀਆ ਸਿਆਪਾ ਮੁੱਕੇ ਤੁਹਾਡਾ ਮਰ ਜੋ ਡਿੱਗ ਪਈਆਂ ਫਰੀਦ ਬੈਠ ਗਿਆ ਹੋ ਫਰੀਦਾ ਉਹ ਕਿੰਨੀਆਂ ਚਿੜੀਆਂ ਮਰ ਗਈਆਂ ਇਹਨਾਂ ਦੇ ਵਿੱਚ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਫਰੀਦ ਜੀ ਉੱਠ ਖੜੇ ਉੱਠ ਕੇ ਫਰੀਦਾ ਓਏ ਹੁਣ ਇਹਨਾਂ ਨੂੰ ਸਾਰਿਆਂ ਨੂੰ ਜਿਉਂਦੀਆਂ ਕਰ ਬਾਬੇ ਫਰੀਦ ਨੇ ਕਿਹਾ ਤੁਸੀਂ ਮੇਰਾ ਕੀ ਵਿਗਾੜਿਆ ਜਾਓ ਉੱਡ ਜੋ ਸਾਰੀਆਂ ਚਿੜੀਆਂ ਉੱਡ ਗਈਆਂ ਕੁਝ ਕੁ ਤਾਂ ਮਾਣ ਸੀ ਕੁਝ ਕੁ ਹੋਰ ਹੋ ਗਿਆ ਕਿ ਹੁਣ ਮੈਂ ਮਾਰ ਵੀ ਦਿੰਨਾ ਤੇ ਜਿਉਂਦੇ ਵੀ ਕਰ ਦਿੰਨਾ ਧੰਨ ਬਾਬਾ ਫਰੀਦ ਜੀ ਮਨ ਤਾਂ ਪਿਘਲ ਗਿਆ ਥੋੜਾ ਜਿਹਾ ਮਨ ਦੇ ਵਿੱਚ ਬੜਾ ਐਸਾ ਉਹ ਹੋਇਆ ਵੀ ਫਰੀਦਾ ਤਾਂ ਚਿੜੀਆਂ ਮਾਰ ਦਿੱਤੀਆਂ ਸਾਰੀਆਂ ਚਿੜੀਆਂ ਮਰੀਆਂ ਕਿ ਨਹੀਂ ਬਾਬਾ ਫਰੀਦ ਜੀ ਬੈਠੇ ਦੇਖ ਰਹੇ ਨੇ ਨਾਲੇ ਕਹਿ ਰਹੇ ਨੇ ਜਦੋਂ ਚਿੜੀਆਂ ਮਰੀਆਂ ਸੀ ਫਰੀਦ ਨੂੰ ਤਰਸ ਬੜਾ ਸੀ ਆਇਆ ਫਰੀਦ ਨੂੰ ਤਰਸ ਬੜਾ ਸੀ ਆਇਆ ਜਦੋਂ ਚਿੜੀਆਂ ਮਰੀਆਂ ਸੀ ਫਰੀਦ ਨੂੰ ਤਰਸ ਬੜਾ ਸੀ ਆਇਆ ਜਦੋਂ ਚਿੜੀਆਂ ਮਰੀਆਂ ਸੀ ਫਰੀਦ ਨੂੰ ਤਰਸ ਬੜਾ ਹੀ ਆਇਆ ਫਰੀਦ ਨੂੰ ਤਰਸ ਬੜਾ ਹੀ ਆਇਆ ਜਦੋਂ ਚਿੜੀਆਂ ਮਰੀਆਂ ਸੀ ਫਰੀਦ ਨੂੰ ਤਰਸ ਬੜਾ ਸੀ ਆਇਆ ਧੰਨ ਬਾਬੇ ਫਰੀਦ ਦਾ ਕਿਉਂਕਿ ਫਕੀਰਾਂ ਦੇ ਮਨ ਜਿਹੜੇ ਨੇ ਇਹੋ ਜਿਹੇ ਦਬੀ ਭੂਤ ਹੁੰਦੇ ਹਨ ਉਹਨਾਂ ਦੇ ਮਨ ਕਠੋਰ ਨਹੀਂ ਹੁੰਦੇ ਉਹਨਾਂ ਦੇ ਮਨ ਕਠੋਰ ਹੁੰਦੇ ਨੇ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਜਿਨ ਕੇ ਚਿੱਤ ਕਠੋਰ ਹੈ ਕਠੋਰ ਤੋਂ ਭਾਵ ਜਿਨ੍ਹਾਂ ਦੇ ਪੱਥਰ ਵਰਗੇ ਹਿਰਦੇ ਨੇ ਕਹਿੰਦੇ ਉਹਨਾਂ ਦੀ ਇੱਕ ਨਿਸ਼ਾਨੀ ਹੈ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ ਗੌੜੀ ਕੀ ਬਾਰ ਅੰਦਰ ਮਹਾਰਾਜ ਜੀ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਕਹਿੰਦੇ ਉਹਨਾਂ ਦੀ ਇੱਕ ਨਿਸ਼ਾਨੀ ਹੈ ਕਿ ਉਹ ਬਹਿਣ ਨਾ ਸਤਿਗੁਰ ਪਾਸ ਉਹਨਾਂ ਤੋਂ ਗੁਰੂ ਦੀ ਗੋਦ ਅੰਦਰ ਬੈਠਿਆ ਨਹੀਂ ਜਾਂਦਾ ਕਿਉਂ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ ਉਤੇ ਸੱਚ ਦੀ ਗੱਲ ਹੁੰਦੀ ਹੈ ਪਰਮਾਤਮਾ ਦੇ ਘਰ ਦੀ ਸੱਤ ਅਤੇ ਅਸੱਤ ਦੋਨਾਂ ਦੀ ਗੱਲ ਹੁੰਦੀ ਹੈ ਸੱਚੇ ਦੀ ਝੂਠੇ ਦੀ ਮਾੜੇ ਦੀ ਚੰਗੇ ਦੀ ਤੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਕੋਈ ਨਾ ਕੋਈ ਪਾਪ ਹੁੰਦਾ ਫਿਰ ਉਹ ਡਰ ਜਾਂਦੇ ਨੇ ਵੀ ਹੁਣ ਸਾਡੀ ਗੱਲ ਆਊਗੀ ਹੁਣ ਸਾਡੀ ਵਾਰੀ ਆਊਗੀ ਧੰਨ ਬਾਬਾ ਫਰੀਦ ਜੀ ਕਹਿਣ ਲੱਗੇ ਚਲੋ ਇਹ ਤਾਂ ਗੱਲ ਬਣ ਗਈ ਹੁਣ ਇਹ ਗੱਲ ਪਹਿਲਾਂ ਮਾਂ ਨੂੰ ਜ਼ਰੂਰ ਜਾ ਕੇ ਦੱਸਾਂਗੇ ਪਰਮਾਤਮਾ ਕਹਿਣ ਲੱਗੇ ਇੱਥੇ ਕੱਢ ਦਿੰਨੇ ਤੇਰਾ ਹੰਕਾਰ ਮਾਨ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਅੱਗੇ ਲਟਕੀ ਪਾਣੀ ਡੋਲੀ ਜਾਂਦੀ ਹੈ ਬਾਬਾ ਫਰੀਦ ਜੀ ਉੱਥੇ ਜਾ ਕੇ ਖੜ ਗਏ ਕਹਿਣ ਲੱਗੇ ਬੇਟਾ ਬੱਚੀ ਭੈਣ ਪਾਣੀ ਪਿਆ ਦੇ ਉਸ ਲੜਕੀ ਨੇ ਨਾ ਸੁਣਿਆ ਨੌਜਵਾਨ ਉਮਰ ਹੈ ਪਾਣੀ ਦਾ ਡੋਲ ਭਰਦੀ ਹੈ ਡੋਲ ਦਿੰਦੀ ਹੈ ਭਰਦੀ ਹੈ ਡੋਲ ਦਿੰਦੀ ਹੈ ਫਿਰ ਬਾਬੇ ਫਰੀਦ ਨੇ ਆਖਿਆ ਬੱਚੀ ਤੈਨੂੰ ਮੈਂ ਕਿਹਾ ਪਾਣੀ ਪਿਆ ਦੇ ਨਾ ਸੁਣਿਆ ਉਸ ਬੱਚੀ ਨੇ ਤੇ ਧੰਨ ਬਾਬਾ ਫਰੀਦ ਜੀ ਅੱਗੇ ਹੋ ਗਿਆ ਭੈਣੇ ਤੂੰ ਪਾਣੀ ਐਉਂ ਡੋਲੀ ਜਾਨੀ ਹੈ ਬੇਕਾਰ ਕਰੀ ਜਾਨੀ ਹੈ ਤੈਨੂੰ ਮੈਂ ਕਿਹਾ ਪਾਣੀ ਪਿਆ ਦੇ ਉਹਨੇ ਕਿਹਾ ਫਰੀਦਾ ਓਏ ਠਹਿਰ ਜਾ ਇੱਥੇ ਨਹੀਂ ਹੈ ਮਰ ਜੋ ਚਿੜੀਓ ਜਿਉਂ ਜੋ ਚਿੜੀਓ ਇੱਥੋਂ 12 ਕੋਹ ਤੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੈ ਮੈਂ ਉਹ ਬੁਝਾ ਰਹੀ ਹਾਂ ਬਾਅਦ ਚ ਪਾਣੀ ਪਿਆਉਂ ਫਰੀਦ ਦਾ ਮਾਨ ਜਾ ਲੈ ਗਿਆ ਚਿੜੀਆਂ ਦੀ ਤਾਂ ਗੱਲ ਇੱਥੇ ਆ 2-3 ਕਰਮਾਂ ਤੇ ਹੋਈ ਹੈ ਤੇ ਇਹਦੇ ਘਰ ਨੂੰ ਅੱਗ ਲੱਗੀ ਐਡੀ ਦੂਰ ਇਹਨੂੰ ਕਿਵੇਂ ਪਤਾ ਲੱਗ ਗਿਆ ਮੇਰੀਆਂ ਉਹ ਕਹਿਣ ਲੱਗੀ ਜਦੋਂ ਮੇਰਾ ਨਿਕਾਹ ਹੋਇਆ ਨਾ ਫਰੀਦਾ ਉਸ ਵਕਤ ਕਾਜੀ ਨੇ ਆਖਿਆ ਸੀ ਤੂੰ ਆਪਣੇ ਪਤੀ ਪਰਮੇਸ਼ਰ ਦੀ ਸੇਵਾ ਕਰਕੇ ਦੇ ਵਿੱਚ ਸਭ ਕੁਝ ਹਾਸਲ ਕਰ ਸਕਦੀ ਹੈ ਤੇ ਤੂੰ ਜੰਗਲਾਂ ਦੇ ਵਿੱਚ ਅਜੇ ਤੇਰਾ ਗੁਰੂ ਨਹੀਂ ਕੋਈ ਹੋਰ ਨਹੀਂ ਤੂੰ ਬੰਦਗੀ ਕਰਕੇ ਐਵੇਂ 12 ਸਾਲ ਟਕਣਾ ਮਾਰ ਕੇ ਮੁੜਿਆ ਤੈਨੂੰ ਕੁਝ ਪ੍ਰਾਪਤ ਕੀ ਹੋਇਆ ਆਹੀ ਬਸ ਚਿੜੀਆਂ ਮਾਰ ਦੋ ਜਿਉਂਦੀਆਂ ਕਰ ਦੋ ਬਸ ਬਾਣ ਲੈ ਗਿਆ ਸਾਰਾ ਬਾਬੇ ਫਰੀਦ ਦਾ
ਤਨ ਫਿਰ ਬਾਬੇ ਫਰੀਦ ਨੇ ਆਖਿਆ ਹੁਣ ਮਾਂ ਕੋਲ ਨਹੀਂ ਜਾਂਦੇ, ਵਾਪਸੀ ਮੁੜ ਗਿਆ ਉੱਥੋਂ। ਫਿਰ 12 ਦੂਣਾ 24 ਸਾਲ ਦਾ ਚੌਂਕੜਾ, ਫਿਰ 12 ਸਾਲ ਦਾ ਫਿਰ ਜਾ ਕੇ ਚੌਂਕੜਾ ਲੈ। ਫਿਰ ਇੰਨਾ ਕੁ ਹੋ ਗਿਆ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਕੁੱਟੇ ਕਾਗ, ਅਜੇ ਸੁਰਬ ਨਾ ਬੌੜੇ, ਦੇਖ ਬੰਦੇ ਦੇ ਭਾਗ। ਕਹਿੰਦੇ ਬਾਬਾ ਫਰੀਦ ਜੀ ਖੜੇ ਸੀ, ਲੋਹਾਰ ਆ ਗਿਆ, ਕੰਧ ਕਹਾੜਾ ਸਿਰ ਘੜਾ, ਬਣ ਕੇ ਸਰ ਲੋਹਾਰ। ਕਹਿੰਦੇ ਲੋਹਾਰ ਅੰਮ੍ਰਿਤ ਵੇਲੇ ਆਉਂਦਾ, ਉਹਦੇ ਤੇ ਸਿਰ ਤੇ ਘੜਾ ਰੱਖਿਆ ਹੋਇਆ, ਮੋਢੇ ਤੇ ਕੁਹਾੜਾ, ਕੰਧ ਕੁਹਾੜਾ ਸਿਰ ਘੜਾ, ਬਣ ਕੇ ਸਰ ਲੋਹਾਰ। ਕਹਿੰਦੇ ਫਿਰ ਦੇਖਿਆ ਕਿ ਵੀ ਆ ਇੱਕ ਸੁੱਕੀ ਜੀ ਲੱਕੜ, ਹਨੇਰਾ ਹੈ ਬਹੁਤਾ ਜ਼ਿਆਦੇ ਆ। ਘੜਾ ਥੱਲੇ ਰੱਖ ਦਿੱਤਾ, ਪੁੱਠਾ ਕਰਕੇ ਪੀਨ ਬਾਬੇ ਫਰੀਦ ਦੇ ਢੂਹੇ ਵਿੱਚ ਮਾਰਿਆ, ਕੁਹਾੜਾ ਰਾਮ 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 ਕਰਦੇ ਬਾਬਾ ਜੀ ਥੱਲੇ ਡਿੱਗ ਪਏ। ਹੋ ਇਹ ਤਾਂ ਕੋਈ ਫਕੀਰ ਸੀ। ਕੰਧ ਕੁਹਾੜਾ ਸਿਰ ਘੜਾ, ਬਣ ਕੇ ਸਰ ਲੋਹਾਰ, ਮੈਂ ਲੋੜਾਂ 100 ਆਪਣਾ, ਤੂੰ ਲੋੜੇਂਗੇ ਯਾਰ। ਓਏ ਅੰਮ੍ਰਿਤ ਵੇਲਾ ਕਿੱਧਰ ਫਿਰਦਾ ਹੈ? ਫਰੀਦ ਦੇ ਮੁਖ ਵਿੱਚੋਂ ਆਵਾਜ਼ ਆਈ, ਕਹਿੰਦਾ ਕੋਲਿਆਂ ਦੀ ਭਾਲ ਕਰਦਾ ਫਿਰਦਾ। ਤੇ ਬਾਬੇ ਫਰੀਦ ਨੇ ਆਖਿਆ, ਓਏ ਮੈਂ ਤਾਂ ਆਪਣੇ ਸ਼ਾਹ ਪ੍ਰੀਤਮ ਨੂੰ ਮਿਲਣਾ ਚਾਹੁੰਦਾ, ਤੇ ਤੂੰ ਕੋਲਿਆਂ ਦੀ ਭਾਲ ਕਰਦਾ ਫਿਰਦਾ। ਦੇਖੀ ਕਿਤੇ ਦੇਖੀ ਮਾਰ ਨਾ ਗਵਾਈ, ਓ ਮੇਰਿਆ ਵੀਰ ਨਾ ਖਾਤਰ ਕੋਲਿਆਂ ਮਾਰ ਨਾ ਗਵਾਈ, ਓ ਮੇਰਿਆ ਵੀਰ ਨਾ ਖਾਤਰ ਕੋਲਿਆਂ ਦੀ। ਦੇਖੀ ਮਾਰ ਨਾ ਮੁਕਾਈ, ਮੇਰਿਆ ਵੀਰ ਨਾ ਖਾਤਰ ਕੋਲਿਆਂ ਦੀ। ਬੋਲੋ ਬਈ ਬੋਲੋ। ਮੁਕਾਈ ਮੇਰਿਆ ਵੀਰ ਨਾ ਖਾਤਰ ਕੋਲਿਆਂ ਦੀ। ਮਾਰ ਨਾ ਮੁਕਾਈ ਮੇਰਿਆ ਵੀਰ ਨਾ ਖਾਤਰ ਕੋਲਿਆਂ ਦੀ। ਦੇਖੀ ਮਾਰ ਨਾ ਮੁਕਾਈ ਮੇਰਿਆ ਵੀਰ ਨਾ ਖਾਤਰ ਕੋਲਿਆਂ ਦੀ। ਜੰਗਲ ਜੰਗਲ ਕਿਆ ਪਵੇ, ਮੈਂ ਇੱਥੇ ਹੀ ਅਰਜ਼ ਸ਼ੁਰੂ ਕਰੀ ਸੀ। ਹੁਣ ਧੰਨ ਰਵਿਦਾਸ ਭਗਤ ਜੀ ਬੈਠੇ ਜੋੜੇ ਗੰਢਦੇ ਨੇ। ਕਹਿੰਦੇ ਇੱਕ ਦਿਨ ਉਹ ਨਾ ਗੰਗਾ ਦੀ ਯਾਤਰਾ ਕਰਨ ਵਾਸਤੇ ਹੋਰ ਵੀ ਜਾਂਦੇ ਨੇ ਲੋਕ, ਬ੍ਰਾਹਮਣ ਜਾਂਦੇ ਨੇ। ਆਵਾਜ਼ ਮਾਰੀ, ਆ ਜਾਓ ਭਗਤ ਜੀ, ਇੱਥੇ ਸਾਰਾ ਦਿਨ ਕੰਮ ਵਿੱਚ ਖਚਤ ਹੋਏ ਰਹਿੰਦੇ ਹੋ, ਆ ਜਾਓ ਚੱਲੀਏ, ਤੁਹਾਨੂੰ ਗੰਗਾ ਤੇ ਲੈ ਕੇ ਚੱਲੀਏ। ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ, ਮੈਂ ਭਗਤਾ ਜਾਂਦਾ, ਆਹੀ ਜੋੜੇ ਗੰਢਦਾ, ਮਾੜਾ ਮੋਟਾ ਕੁਝ ਮਿਲ ਜਾਂਦਾ, ਸ਼ਾਮ ਨੂੰ ਮੈਂ ਬੱਚਿਆਂ ਨੂੰ ਲਿਜਾ ਕੇ ਛਕਾ ਦਿੰਦਾ ਹੈ। ਤੇ ਤੁਸੀਂ ਐਂ ਕਰੋ, ਜੇ ਗੰਗਾ ਤੇ ਜਾਂਦੇ ਹੋ ਨਾ, ਫਿਰ ਆ ਇੱਕ ਮੇਰਾ ਕਸੀਰਾ ਕੱਢ, ਕਸੀਰਾ ਸੌਂਪਿਆ ਰਵਿਦਾਸਾ ਗੰਗਾ ਦੀ ਭੇਟਾ, ਮੇਰੇ ਕੋਲ ਇੱਕ ਕਸੀਰਾ ਲੈ ਜਾਓ, ਤੇ ਇਹ ਵੀ ਗੰਗਾ ਮਈਆ ਨੂੰ ਭੇਟਾ ਕਰ ਦਿਓ ਮੇਰਾ ਜਾ ਕੇ। ਉਹ ਹੱਸ ਪਏ, ਕਸੀਰਾ ਫੜ ਕੇ। ਭਾਈ ਗੁਰਦਾਸ ਜੀ ਨੇ ਇਸੇ ਤਰ੍ਹਾਂ ਹੀ ਲਿਖਿਆ, ਕਹਿੰਦੇ ਲੈ ਇਹਦਾ ਆ ਜ਼ਰੂਰ ਪ੍ਰਵਾਨ ਕਰੋ। ਉੱਥੇ ਫੁੱਲਾਂ ਦੀਆਂ ਟੋਕਰੀਆਂ ਜਾਂਦੀਆਂ ਨੇ, ਫਲ ਜਾਂਦੇ ਨੇ, ਵੱਡੇ ਵੱਡੇ ਵਿਦਵਾਨ ਆਚਰਨ ਜਾਂਦੇ ਨੇ, ਜਿਹੜਾ ਉਹ ਆਰਤੀਆਂ ਕਰਦੇ ਨੇ ਉੱਥੇ। ਤੇ ਇਹ ਕਹਿੰਦਾ ਮੇਰਾ ਇੱਕ ਕਸੀਰਾ ਲੈ ਜਾਓ। ਕਹਿੰਦੇ ਹਾਂ, ਜਾ ਕੇ ਅਰਪਣ ਕਰ ਦਿਓ ਗੰਗਾ ਮਈਆ ਨੂੰ। ਇਸ ਤਰ੍ਹਾਂ ਇਹ ਨਹੀਂ ਵੀ ਐਂ ਵਿੱਚ ਸਿੱਟ ਦਿਓ ਕਿਤੇ ਭਗਾ ਕੇ ਮਾਰੋ, ਨਾ, ਉਸ ਗੰਗਾ ਮਈਆ ਨੂੰ ਕਿਉਂ ਵੀ ਹੱਥ ਕੱਢ ਕੇ ਫੜੇ। ਇਸ ਤਰ੍ਹਾਂ ਕਹਿਣ ਲੱਗੇ ਜੀ ਚਲੋ ਠੀਕ ਆ। ਉੱਥੇ ਤਾਂ ਸਾਹਮਣੇ ਕਹਿਤਾ, ਹੁਣ ਰਸਤੇ ਵਿੱਚ ਹੱਸਦੇ ਜਾਂਦੇ ਨੇ, ਦੇਖੋ ਤੇ ਜਾਤੀ ਦਾ ਕੀ ਹੈ ਤੇ ਕੰਮ ਕਿਹੋ ਜਿਹੇ ਕਰਦਾ। ਕਹਿੰਦੇ ਗੰਗਾ ਨੂੰ ਹੱਥ ਕੱਢ ਕੇ, ਤੇਰਾ ਤਾਂ ਕਸੀਰਾ ਜ਼ਰੂਰੀ ਫੜੂਗੀ, ਅਸੀਂ ਸਾਨੂੰ 10-10 20-20 ਸਾਲ ਹੋ ਗਏ ਜਾਂਦਿਆਂ ਨੂੰ, ਤੇ ਇਸ ਤਰ੍ਹਾਂ ਤੇਰਾ ਕਸੀਰਾ ਕਿਵੇਂ ਫੜ ਲੂ। ਨਾਲ ਦੇ ਨੇ ਕਿਹਾ, ਉਹ ਕੋਈ ਗੱਲ ਨਹੀਂ, ਤੁਸੀਂ ਭਗਤ ਰਵਿਦਾਸ ਜੀ ਮਹਾਰਾਜ ਨੂੰ ਅਪਸ਼ਬਦ ਨਾ ਬੋਲੋ, ਉਹਦੀ ਕਮਾਈ ਬੜੀ ਵੱਡੀ ਹੈ, ਪਤਾ ਉਹਦੀ ਕਿੱਡੀ ਕੁ ਕਮਾਈ ਹੈ। ਉਹ ਤਾਂ ਰੱਬ ਨਾਲ ਰੋਜ਼ ਗੱਲਾਂ ਕਰਦਾ ਹੈ, ਰੱਬ ਦੇ ਬਹੁਤਾ ਨੇੜੇ ਹੈ ਨਾ। ਉਹ ਵਿਦਵਾਨ ਪੰਡਤ ਆਪਣੇ ਆਪ ਨੂੰ ਕਹਾਉਣ ਵਾਲੇ ਵੀ ਅਸੀਂ ਵਿਦਵਾਨ, ਅਸੀਂ ਰੱਬ ਦੇ ਬਹੁਤਾ ਨੇੜੇ ਹੈ, ਤੇ ਇਸ ਤਰ੍ਹਾਂ ਮਖੌਲ ਕਰਦੇ ਜਾਂਦੇ ਨੇ ਭਗਤ ਨੂੰ। ਕਹਿਣ ਲੱਗੇ, ਉਹਨੇ ਕਿਹਾ ਵੀ ਇਸ ਤਰ੍ਹਾਂ ਵੀ ਹੱਥ ਕੱਢ ਕੇ ਜਦੋਂ ਗੰਗਾ ਨੂੰ ਪਹਿਲਾਂ ਆਵਾਜ਼ ਦਿਓ, ਆ ਤੇਰਾ ਇੱਕ ਭਗਤ ਰਵਿਦਾਸ ਹੈ, ਉਹਨੇ ਇੱਕ ਆ ਕਸੀਰਾ ਦਿੱਤਾ, ਮਾਤਾ ਤੂੰ ਫੜ,
ਅਸੀਂ ਤਾਂ ਇਸ ਤਰ੍ਹਾਂ ਫੁੱਲਾਂ ਦੀਆਂ ਟੋਕਰੀਆਂ ਧਰੀਆਂ, ਆਰਤੀ ਕਰੀ, ਵਾਪਸ ਮੋੜ ਆਉਂਦੇ ਆ। ਇਹ ਤਾਂ ਹੋ ਨਹੀਂ ਸਕਦਾ। ਚਲੋ ਜਾਂਦੇ ਨੇ, ਨਾਲ ਦੇ ਨੇ ਕਿਹਾ ਉਹ ਇਹ ਨਾ ਕਰੋ। ਕਿਉਂ? ਭਗਤ ਰਵਿਦਾਸ ਜੀ ਨੂੰ ਤੁਸੀਂ ਨੀਚ ਜਾਤ ਤਾਂ ਕਹਿੰਦੇ ਹੋ, ਪਰ ਉਹਦੀ ਕਮਾਈ ਏਡੀ ਕੁ ਵੱਡੀ ਹੈ, ਜੇ ਦੇਖਣੀ ਹੈ ਨਾ ਤਾਂ ਉਹਨੂੰ ਦੁਖਾ ਵੀ ਸਕਦਾ ਹੈ। ਤੇ ਜਾਂਦੇ ਜਾਂਦੇ ਦੋਨੋਂ ਭਗਤ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ। ਕਹਿੰਦੇ ਨੇ ਉਹ ਜਾਤਾਂ ਪਰਖਣ ਵਾਲਿਓ ਪਰਖੋ ਨੇਕ ਕਮਾਈ, 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 ਦਾਤਾ ਪਰਖਣ ਵਾਲਿਓ ਪਰਖੋ ਨੇਕ ਕਮਾਈ। ਹਾਜੀ ਦਾਤਾ ਪਰਖਣ ਵਾਲਿਓ ਪਰਖੋ ਨੇਕ ਕਮਾਈ, 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 ਦਾਤਾ ਪਰਖਣ ਵਾਲਿਓ ਪਰਖੋ ਨੇਕ ਕਮਾਈ। ਭਗਤ ਰਵਿਦਾਸ ਜੀ ਦੀ ਕਮਾਈ ਦੇਖੋ ਕਿੰਨੀ ਕੁ ਹੈ। ਅੱਜ ਠੀਕ ਹੈ, ਇਹ ਤਾਂ ਨਾ ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਜਿਤਨੇ ਵਿਦਵਾਨ ਸੀ ਸਾਰੇ ਗੰਗਾ ਤੇ ਪਹੁੰਚ ਗਏ, ਇਸ਼ਨਾਨ ਧਿਆਨ ਕਰਿਆ, ਪੂਜਾ ਕਰੀ, ਪਾਠ ਕੀਤਾ, ਆਪੋ ਆਪਣੀ ਭੇਟਾ ਦਿੱਤੀ। ਜਦੋਂ ਆਪੋ ਆਪਣੀ ਭੇਟਾ ਦਿੱਤੀ ਫਿਰ ਮਨ ਵਿੱਚ ਆਇਆ ਉਹ ਰਵਿਦਾਸ ਭਗਤ ਦੀ ਵੀ ਕੱਪੜੇ ਕੋਲੇ ਦਮੜੀ ਸੀ, ਕਸੀਰਾ ਸੀ, ਉਹ ਵੀ ਭੇਟਾ ਕਰਦੀ ਆਪਾਂ। ਮਨ ਵਿੱਚ ਸ਼ੰਕਾ ਆ ਗਿਆ, ਦੇਖੀਏ ਗੰਗਾ ਮਾਤਾ ਕਿਵੇਂ ਹੱਥ ਕੱਢ ਕੇ ਜਿਹੜਾ ਉਹ ਦਮੜੀ ਫੜੂਗੀ। ਤੇ ਪਿਆਰ ਵਿੱਚ ਆ ਕੇ ਵਿਦਵਾਨ ਉਹ ਸਾਰੇ ਗੰਗਾ ਦੇ ਕਿਨਾਰੇ ਉੱਤੇ ਜਾ ਖੜੇ, ਆਵਾਜ਼ ਮਾਰੀ, ਗੰਗਾ ਮਾਤਾ ਆ ਤੇਰਾ ਇੱਕ ਭਗਤ ਰਵਿਦਾਸ ਹੈ, ਰਸਤੇ ਵਿੱਚ ਬੈਠਾ ਸੀ, ਸਾਨੂੰ ਮਿਲਿਆ ਸੀ, ਉਹਦੀ ਇੱਕ ਦਮੜੀ ਹੈ ਕਿ ਕਸੀਰਾ ਹੈ, ਤੇ ਤੂੰ ਹੱਥ ਕੱਢ ਕੇ ਫੜੇਂਗੀ ਤਾਂ ਫੜਾਵਾਂਗੇ, ਨਹੀਂ ਅਸੀਂ ਵਿੱਚ ਸੁੱਟ ਕੇ ਨਹੀਂ ਜਾਂਦੇ। ਇਸ ਤਰ੍ਹਾਂ ਅਰਦਾਸ ਬੇਨਤੀ ਕਰਦਿਆਂ 1-2 ਮਿੰਟ ਲੱਗੇ। ਗੰਗਾ ਦਾ ਉਸ ਜਲ ਦੇ ਵਿੱਚੋਂ ਇਸ ਤਰ੍ਹਾਂ ਇਹ ਬਾਹ ਨਿਕਲੀ ਤੇ ਉਹਦੇ ਵਿੱਚੋਂ ਇੱਕ ਆਵਾਜ਼ ਆਈ ਗੰਗਾ ਮਈਆ ਦੇ ਵਿੱਚੋਂ, ਲਿਆਓ ਮੇਰੇ ਭਗਤ ਦੀ ਦਮੜੀ ਕਿੱਥੇ ਹੈ। ਆਵਾਜ਼ ਸੁਣ ਕੇ ਸਾਰੇ ਦਹਿ ਲਗੇ, ਡਰ ਗਏ, ਕਮਾਲ ਦੀ ਗੱਲ ਆ ਓਏ, ਅਸੀਂ ਭਗਤ ਰਵਿਦਾਸ ਜੀ ਮਹਾਰਾਜ ਨੂੰ ਕੀ ਸਮਝਦੇ ਸੀ, ਇਹ ਤੇ ਕੀ ਬਣਿਆ ਕੀ ਹੈ। ਉਸ ਗੰਗਾ ਦੇ ਵਿੱਚੋਂ ਆਵਾਜ਼ ਆਈ ਸੀ, ਇੱਕ ਪਿਆਰ ਵਿੱਚ ਆ ਕੇ ਕਹਿੰਦੀ ਸੀ, ਗੰਗਾ ਮੰਗਦੀ ਭਗਤ ਕੋਲੋਂ ਦਮੜੀ, 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 ਕੂੜੋ ਵਾਲੀ ਬਾਂਹ ਕੱਢ ਕੇ, ਗੰਗਾ ਮੰਗਦੀ ਭਗਤ ਕੋਲੋਂ ਦਮੜੀ, ਚੂੜੋ ਵਾਲੀ ਬਾਂਹ ਕੱਢ ਕੇ, ਮੰਗਦੀ ਭਗਤ ਕੋਲੋਂ ਦਮੜੀ, ਚੂੜੇ ਵਾਲੀ ਬਾਂਹ ਕੱਢ ਕੇ, ਗੰਗਾ ਮੰਗਦੀ ਭਗਤ ਕੋਲੋਂ ਦਮੜੀ, ਉਹ ਚੂੜੇ ਵਾਲੀ ਬਾਂਹ ਕੱਢ ਕੇ, ਗੰਗਾ ਮੰਗਦੀ ਭਗਤ ਕੋਲੋਂ ਦਮੜੀ, ਚੂੜੇ ਵਾਲੀ ਬਾਂਹ ਕੱਢ ਕੇ, ਗੰਗਾ ਮੰਗਦੀ ਭਗਤ ਕੋਲੋਂ ਦਮੜੀ,
ਪੂਰੇ ਗਾੜੀ ਪਾ ਕਹਿ ਕੇ ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ। ਗੰਗਾ ਦੀ ਭੇਟਾ ਕਰਕੇ ਕਹਿੰਦੇ ਫਿਰ ਗੰਗਾ ਨੇ ਕਿਹਾ ਜੇ ਮੇਰੇ ਭਗਤ ਦੀ ਇਹ ਦਮੜੀ ਲਿਆਇਓ ਕਸੀਰਾ ਲਿਆਇਓ ਤਾਂ ਫਿਰ ਮੇਰੇ ਭਗਤ ਵਾਸਤੇ ਵੀ ਇੱਕ ਇਧਰੋਂ ਸੁਗਾਤ ਲੈ ਜਿਓ। ਉਹ ਕੀ ਕਹਿੰਦੇ ਇੱਕ ਬੜਾ ਸੁੰਦਰ ਕੰਗਣ ਦਿੱਤਾ, ਸੋਨੇ ਦਾ ਕੰਗਣ, ਭਾਰੀ ਕੰਗਣ ਸੀ। ਇਹ ਜਾ ਕੇ ਮੇਰੇ ਭਗਤ ਨੂੰ ਦੇ ਦਿਓ। ਭਗਤ ਦੀ ਮੈਂ ਜਿਹੜੀ ਭੇਟਾ ਉਹ ਪ੍ਰਵਾਨ ਕਰ ਲਈ ਤੇ ਭਗਤ ਨੂੰ ਜਾ ਕੇ ਮੇਰੀ ਭੇਟਾ ਵੀ ਆ ਫੜਾ ਦਿਓ। ਵੇਖ ਕੇ ਹੈਰਾਨ ਹੋ ਗਏ। ਇੱਕ ਜਾਤੀ ਦਾ ਦੇਖੋ ਭਗਤ ਰਵਿਦਾਸ ਚਮਾਰ ਆਪਣੇ ਆਪ ਨੂੰ, ਤੇ ਇੰਨੀ ਗੱਲ ਗੰਗਾ ਜੀ ਦੀ ਵੀ ਗੱਲ ਮੰਨਦੀ ਹੈ ਤੇ ਪਿਆਰ ਵਿੱਚ ਆ ਕੇ ਉਹ ਜਦੋਂ ਸੋਨੇ ਦਾ ਕੰਗਣ ਫੜਿਆ ਬੇਈਮਾਨ ਹੋ ਗਏ। ਕਹਿੰਦੇ ਹੁਣ ਰਵਿਦਾਸ ਨੂੰ ਨਹੀਂ ਦੇਣਾ, ਇਹ ਤਾਂ ਆਪਾਂ ਆਪਣੇ ਘਰ ਹੀ ਲੈ ਕੇ ਚੱਲਾਂਗੇ। ਆਓ ਜੋ ਕੁਝ ਹੋਇਆ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਰਾਮ ਕਲੀ ਮਹਲਾ ਤੀਜਾ। ਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਨੰਦ ਪਾਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਨਾ ਪਾਇਆ ਸਹਿਜ ਦਿੱਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਜੀ। ਅਬ ਦੋਤਾ ਗਾਵੋ ਹਰੀ ਕੇਰਾ ਮਨ ਜੀ ਵਸਾਇਆ। ਕਹਿ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਮ ਦੇ। ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਨਾਗਲਾ ਸਿਮਰਤ ਸੁਆਮੀ ਸੁਖ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਦਾ ਭਗਵਾਈਆਂ। ਪਰ ਜਾਂਤ ਜੋ ਕਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਨਾਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ। ਨਾਮ ਮੇਰਾ ਆਧਾਰੋ ਅਜੇ ਪੰਜ ਸ਼ਬਦ ਦਿਸ ਘਰ ਸੁਭਾਗੈ। ਕਰਜ ਭਾਗੈ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ। ਪੰਜ ਦੂਤ ਦੁਧ ਵਸ ਕੀਤੇ ਕਾਰ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਨ ਕੋ ਜਿਨਾ ਮਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਾਦ ਵਾਜੇ। ਆਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪ੍ਰਭ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅੰਤ ਸਾਜਨ ਪੈ ਤਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਆ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ। ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਆ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।